ਡੀਅਰ ਸਟੂਡੈਂਟਸ, ਗੁੱਡ ਈਵਨਿੰਗ। ਬੇਟਾ ਅੱਜ ਦੀ ਡੇਲੀ ਡੋਜ਼ ਸਮਾਜ ਸਿੱਖਿਆ ਜਮਾਤ 8ਵੀਂ ਪਾਠ ਨੰਬਰ 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ, ਇਸ ਬਾਰੇ ਗੱਲ ਕਰਦੇ ਹਾਂ। ਵਪਾਰਵਾਦ ਅਤੇ ਵਪਾਰਕ ਯੁੱਧ, ਸਫਾ 126 ਤੇ। ਠੀਕ ਹੈ। ਪ੍ਰਾਚੀਨ ਕਾਲ ਤੋਂ ਹੀ ਭਾਰਤ ਦੇ ਯੂਰਪੀ ਦੇਸ਼ਾਂ ਨਾਲ ਵਪਾਰਕ ਸੰਬੰਧ ਸਥਾਪਿਤ ਸਨ। ਸੋ ਸਾਡਾ ਭਾਰਤ ਦਾ ਇਤਿਹਾਸ ਇਸ ਗੱਲ ਦਾ ਸਾਖੀ ਹੈ ਕਿ ਦੂਸਰੇ ਦੇਸ਼ਾਂ ਦੇ ਨਾਲ ਸਾਡੇ ਸੰਬੰਧ, ਵਪਾਰਿਕ ਸੰਬੰਧ ਬਣੇ ਹੀ ਰਹਿੰਦੇ ਸਨ। ਭਾਰਤ ਯੂਰਪ ਵਪਾਰ ਦੇ 3 ਰਸਤੇ ਸਨ, ਲੇਕਿਨ 15ਵੀਂ ਸਦੀ ਵਿੱਚ ਕੀ ਹੋਇਆ ਕਿ ਪੱਛਮੀ ਏਸ਼ੀਆ ਅਤੇ ਦੱਖਣ ਪੂਰਬੀ ਯੂਰਪ ਦੇ ਪ੍ਰਦੇਸ਼ਾਂ ਦੇ ਉੱਪਰ ਤੁਰਕਾਂ ਦਾ ਸਾਮਰਾਜ ਸਥਾਪਿਤ ਹੋ ਗਿਆ, ਜਿਸ ਕਰਕੇ ਇਹ ਤਿੰਨੋਂ ਰਸਤੇ ਬੰਦ ਹੋ ਗਏ। ਜਿਸ ਕਰਕੇ ਯੂਰਪੀ ਦੇਸ਼ਾਂ ਨੇ ਹੁਣ ਭਾਰਤ ਨਾਲ ਵਪਾਰ ਕਰਨ ਵਾਸਤੇ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ। ਤੇ ਸਭ ਤੋਂ ਪਹਿਲਾਂ 27 ਮਈ 1498 ਨੂੰ ਇੱਕ ਪੁਰਤਗਾਲੀ ਯਾਤਰੀ ਵਾਸਕੋ ਡੀ ਗਾਮਾ ਉਹ ਭਾਰਤ ਨਾਲ ਵਪਾਰ ਕਰਨ ਲਈ ਆਇਆ ਤੇ ਉਸ ਸਮੁੰਦਰੀ ਰਸਤੇ ਨਾਲ ਹੁੰਦਾ ਹੋਇਆ ਕੇਰਲ ਦੇ ਵਿੱਚ ਕਾਲੀਕਟ ਨਾਮ ਦੀ ਇੱਕ ਬੰਦਰਗਾਹ ਹੈ ਬੇਟਾ, ਉੱਥੇ ਪਹੁੰਚ ਗਿਆ। ਤੇ ਪੁਰਤਗਾਲੀਆਂ ਤੋਂ ਬਾਅਦ ਉਸ ਦੇ ਪਿੱਛੇ ਪਿੱਛੇ ਕੁਝ ਹੋਰ ਯੂਰਪੀ ਦੇਸ਼ ਵੀ ਭਾਰਤ ਆਏ, ਜਿਨ੍ਹਾਂ ਵਿੱਚੋਂ ਪ੍ਰਮੁੱਖ ਸੀਗੇ ਹਾਲੈਂਡ ਦੇ ਡੱਚ, ਇੰਗਲੈਂਡ ਦੇ ਅੰਗਰੇਜ਼ ਅਤੇ ਫਰਾਂਸੀਸੀ। ਇਸ ਤਰ੍ਹਾਂ ਹੁਣ ਭਾਰਤ ਵਿੱਚ ਵਪਾਰ ਕਰਨ ਲਈ ਪੁਰਤਗਾਲੀ, ਅੰਗਰੇਜ਼, ਡੱਚ ਅਤੇ ਫਰਾਂਸੀਸੀ 4 ਯੂਰਪੀ ਵਪਾਰੀ ਵਪਾਰ ਕਰਨ ਲਈ ਆ ਗਏ। ਭਾਰਤ ਨਾਲ ਵਪਾਰ ਕਰਨ ਕਾਰਨ ਇਹਨਾਂ 4 ਯੂਰਪੀ ਸ਼ਕਤੀਆਂ ਦੇ ਵਿੱਚ ਆਪਸੀ ਸੰਘਰਸ਼ ਸ਼ੁਰੂ ਹੋ ਗਿਆ ਤੇ 17ਵੀਂ ਸਦੀ ਤੱਕ ਪੁਰਤਗਾਲੀਆਂ ਅਤੇ ਡੱਚਾਂ ਦਾ ਭਾਰਤ ਦੇ ਵਿੱਚ ਪ੍ਰਭਾਵ ਘੱਟ ਹੋ ਗਿਆ। ਸਮਾਂ ਬੀਤਣ ਦੇ ਨਾਲ ਇਹ 2 ਯੂਰਪੀ ਸ਼ਕਤੀਆਂ ਦਾ ਪ੍ਰਭਾਵ ਘੱਟ ਗਿਆ, ਇੱਕ ਪੁਰਤਗਾਲੀ ਅਤੇ ਦੂਸਰੇ ਡੱਚ, ਜਿਸ ਕਰਕੇ ਹੁਣ ਭਾਰਤ ਵਿੱਚ ਇੱਕ ਅੰਗਰੇਜ਼ ਰਹਿ ਗਏ ਤੇ ਇੱਕ ਫਰਾਂਸੀਸੀ ਰਹਿ ਗਏ। ਤੇ ਇਹਨਾਂ ਦੇ ਵਿਚਕਾਰ ਭਾਰਤ ਵਿੱਚ ਯੂਰਪੀ ਵਪਾਰ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ ਤੇ ਅੰਤ ਵਿੱਚ ਜਿੱਤ ਕਿਸ ਦੀ ਹੋਈ? ਅੰਗਰੇਜ਼ਾਂ ਦੀ। ਹੁਣ ਅਸੀਂ ਕੁਝ ਪ੍ਰਸ਼ਨ ਨੇ ਉਹਨਾਂ ਦਾ ਅਭਿਆਸ ਕਰਦੇ ਹਾਂ। ਦੇਖੀਏ ਤੁਹਾਨੂੰ ਇਹ ਗੱਲਾਂ, ਇਹ ਕਨਸੈਪਟ ਸਮਝ ਆਇਆ ਕਿ ਨਹੀਂ। ਪਹਿਲਾ, ਭਾਰਤ ਦੇ ਯੂਰਪ ਦੇਸ਼ਾਂ ਨਾਲ ਸੰਬੰਧ ਕਦੋਂ ਤੋਂ ਸਨ? ਪਹਿਲੇ ਦਾ ਆਨਸਰ ਦਿਓ ਬੇਟਾ। ਹਾਂ, ਹੁਣੇ ਦੇਖਿਆ ਸੀ, ਪ੍ਰਾਚੀਨ ਕਾਲ ਤੋਂ ਹੀ ਯੂਰਪ ਦੇ ਨਾਲ ਭਾਰਤ ਦੇ ਸੰਬੰਧ ਸਨ। ਦੂਸਰਾ, ਭਾਰਤ ਵਿੱਚ ਪਹੁੰਚਣ ਵਾਲਾ ਪੁਰਤਗਾਲੀ ਕੌਣ ਸੀ? ਸੋ ਵਾਸਕੋ ਡੀ ਗਾਮਾ 1498 ਦੇ ਵਿੱਚ ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਯਾਤਰੀ ਸੀ। ਤੇ ਭਾਰਤ ਨਾਲ ਵਪਾਰ ਕਰਨ ਲਈ ਕਿਹੜੀਆਂ 4 ਯੂਰਪੀ ਸ਼ਕਤੀਆਂ ਆਈਆਂ? ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਫਿਰ ਡੱਚ, ਫਿਰ ਅੰਗਰੇਜ਼ ਅਤੇ ਫਰਾਂਸੀਸੀ। ਇਹ 4 ਯੂਰਪੀ ਸ਼ਕਤੀਆਂ ਭਾਰਤ ਵਿੱਚ ਵਪਾਰ ਕਰਨ ਲਈ ਆਈਆਂ ਸੀ। ਵਾਸਕੋ ਡੀ ਗਾਮਾ ਭਾਰਤ ਨਾਲ ਵਪਾਰ ਕਰਨ ਕਿੱਥੇ ਪਹੁੰਚਿਆ? ਇਹ ਸਮੁੰਦਰੀ ਰਸਤੇ ਨਾਲ ਆਇਆ ਸੀ ਅਤੇ ਕੇਰਲਾ ਦੇ ਕੋਲ ਕਾਲੀਕਟ ਨਾਮ ਦੀ ਬੰਦਰਗਾਹ ਤੇ ਪਹੁੰਚਿਆ ਸੀ। 17ਵੀਂ ਸਦੀ ਤੱਕ ਡੈਸ਼ ਅਤੇ ਡੈਸ਼ ਦਾ ਭਾਰਤ ਵਿੱਚ ਪ੍ਰਭਾਵ ਘਟ ਗਿਆ। ਪੁਰਤਗਾਲੀਆਂ ਅਤੇ ਡੱਚਾਂ ਦਾ ਪ੍ਰਭਾਵ ਘਟ ਗਿਆ। ਭਾਰਤ ਯੂਰਪੀ ਵਪਾਰ ਦੇ 3 ਮੁੱਖ ਰਸਤੇ ਸਨ। ਤੁਸੀਂ ਦੱਸਣਾ ਵੀ ਇਹ ਸਟੇਟਮੈਂਟ ਸਹੀ ਹੈ ਕਿ ਗਲਤ ਹੈ। ਠੀਕ ਹੈ, ਇਹ ਸਟੇਟਮੈਂਟ ਸਹੀ ਹੈ। ਅੰਤ ਅੰਗਰੇਜ਼ਾਂ ਦੀ ਹਾਰ ਹੋਈ। ਨਹੀਂ, ਇਹ ਸਟੇਟਮੈਂਟ ਗਲਤ ਹੈ। ਬਾਕੀ ਤਿੰਨੋਂ ਯੂਰਪੀ ਸ਼ਕਤੀਆਂ ਨੂੰ ਹਰਾ ਕੇ ਅੰਗਰੇਜ਼ਾਂ ਦੀ ਜਿੱਤ ਹੋਈ ਸੀ। 2 ਸ਼ਕਤੀਆਂ ਤਾਂ ਪਹਿਲਾਂ ਹੀ ਬਾਹਰ ਹੋ ਗਈਆਂ ਸੀ ਤੇ ਸੰਘਰਸ਼ ਫਰਾਂਸੀਸੀਆਂ ਦੇ ਨਾਲ ਕਰਨਾ ਪਿਆ ਸੀ ਅੰਗਰੇਜ਼ਾਂ ਨੂੰ, ਅਤੇ ਅੰਤ ਵਿੱਚ ਜਿੱਤ ਅੰਗਰੇਜ਼ਾਂ ਦੀ ਹੋਈ ਸੀ। ਥੈਂਕ ਯੂ ਸਟੂਡੈਂਟਸ। ਇਹ ਐਕਸਰਸਾਈਜ਼ ਜਿਹੜੀ ਹੈ ਤੁਸੀਂ ਆਪਣੀ ਕਾਪੀਆਂ ਤੇ ਲਿਖ ਲਓ।